Good morning, students. In this video, we will discuss about the last part of the narration, direct indirect speech. So, this is the section of exclamatory sentences. So, let's get started. What are exclamatory sentences? These sentences express strong emotions and feelings, and it is represented by the exclamation mark. Exclamation is always represented with exclamation mark. Strong emotions include on sometimes it includes only a word. Exclamatory sentences ਹੁੰਦੇ ਆ ਜਾਂ ਜਿਹੜੀ ਸਿੰਪਲੀ ਐਕਸਕਲੇਮੇਸ਼ਨ ਹੁੰਦੀ ਉਹ 'ਚ ਇੱਕ ਵਰਡ ਵੀ ਆ ਸਕਦਾ ਹੈ ਅਤੇ ਐਂਟਾਇਰ ਸੈਂਟੈਂਸ ਵੀ ਠੀਕ ਹੈ। ਓਨਲੀ ਅ ਵਰਡ ਜਿਹੜਾ ਹੁੰਦਾ ਹੈ ਉਹਨੂੰ ਆਪਾਂ ਇੰਟਰਜੈਕਸ਼ਨ ਕਹਿੰਦੇ, ਜਿਵੇਂ ਕਹਿ ਦਿੰਦੇ ਹੁਰੇ, ਅਲਾਸ, ਬ੍ਰੈਵੋ, ਠੀਕ ਹੈ। ਇਸ ਤਰੀਕੇ ਦੇ ਨਾਲ ਹੁਣ ਇਹਦੇ ਵਿੱਚ ਜਿੱਦਾਂ ਹੁਰੇ ਵੀ ਵਨ ਦਾ ਮੈਚ, ਅਲਾਸ ਹੀ ਡਾਈਡ ਯੈਸਟਰਡੇ। ਐਂਟਾਇਰ ਸੈਂਟੈਂਸ ਵਿੱਚ ਵਟ ਅ ਪਲੇਸ ਇਟ ਇਜ਼, ਹਾਊ ਸਟੂਪਿਡ ਯੂ ਆਰ। ਹਾਸਾ ਹੁੰਦਾ, ਦੁੱਖ ਹੁੰਦਾ, ਹੈਰਾਨੀ ਹੁੰਦੀ ਆ, ਇਹ ਸਭ ਹੁੰਦਾ ਐਕਸਕਲਾਮੇਸ਼ਨ ਦੇ ਵਿੱਚ। ਸੋ next is the 7 steps of its transformation, that is identification. It includes subject, object, reporting verb, pronoun, tense, time denoting words, and exclamatory words. Next step is change of reporting verb. Change of reporting verb include exclamatory word, change of reported verb as per feeling. ਜਿੱਦਾਂ ਦੀ ਫੀਲਿੰਗ ਸੈਂਟੈਂਸ ਵਿੱਚ ਹੋਏਗੀ ਉਵੇਂ ਹੀ ਉਹ ਚੇਂਜ ਹੋਣਗੇ। ਸੈਡ ਐਂਡ ਸੈਡ ਟੂ ਜਿਹੜੇ ਆ ਰਿਪੋਰਟਿੰਗ ਵਰਬਸ ਹੁੰਦੀਆਂ ਆ, ਠੀਕ ਹੈ। ਵਾਓ, ਹੁਰੇ, ਆਹਾ, ਹਾਂ, ਹਾ, these are exclaimed with joy, means ਇਹ ਵਰਡਸ ਜਿਹੜੇ ਆ ਇਹ ਖੁਸ਼ੀ ਨੂੰ ਪ੍ਰਗਟ ਕਰਦੇ ਆ। what, good, exclaimed with surprise, ਜਦੋਂ ਹੈਰਾਨੀ ਹੋਵੇ। well done, here, ਇਹ ਜਿਹੜੇ ਆ exclaimed with applause, means ਪ੍ਰਸ਼ੰਸਾ ਵਾਸਤੇ। bravo, exclaimed applauded by saying. if object is presented applauded, then object, then saying. sorry, exclaimed with regret, ਦੁੱਖ ਦੇ ਲਈ। nonsense, exclaimed with contempt, ਕੋਈ ਬੇਵਕੂਫੀ ਕਰੇ, ਠੀਕ ਹੈ। ਉਹ exclaimed with surprise ਜਾਂ sorrow, ਉਹ ਉਦੋਂ ਕਹਿਣਾ ਜਦੋਂ ਹੈਰਾਨੀ ਹੋਵੇ, ਠੀਕ ਹੈ। how, ਜਦੋਂ ਬਹੁਤ ਹੈਰਾਨੀ ਹੋਵੇ ਜਾਂ ਦੁੱਖ ਹੋਵੇ, ਇਹ ਇੱਦਾਂ ਕਿਵੇਂ ਹੋ ਗਿਆ। ਅਲਾਸ, ਜਦੋਂ ਬਹੁਤ ਦੁੱਖ ਹੁੰਦਾ ਆ, ਗਰੀਫ ਹੁੰਦਾ ਆ, ਠੀਕ ਹੈ। exclaimed with sorrow ਜਾਂ regret ਜਾਂ grief, ਤਿੰਨਾਂ ਚੀਜ਼ਾਂ 'ਚ ਹੀ ਬੋਲ ਸਕਦੇ ਹਾਂ ਆਪਾਂ, ਠੀਕ ਹੈ। ਸੋ ਐਕਸਕਲੇਮੇਟਰੀ ਵਰਡਸ ਜਿਹੜੇ ਆ ਉਹਨਾਂ ਨੂੰ ਕੱਟ ਕੇ ਰਿਪੋਰਟਿੰਗ ਵਰਬ ਜਿਵੇਂ ਆਊਗੀ ਉਹ ਆਏਗੀ ਐਕਸਕਲੇਮਡ ਵਿਦ ਅੱਗੇ ਜਿਵੇਂ ਦੀ ਉਹ ਸੈਂਸ ਬਣਦੀ ਆ। ਐਂਟਾਇਰ ਸੈਂਟੈਂਸ ਇਜ਼ ਇਨ ਐਕਸਕਲੇਮੇਟਰੀ ਫੋਰਮ। ਉਹਦੇ ਵਿੱਚ ਕੀ ਹੁੰਦਾ ਆ, ਫੀਲਿੰਗਸ ਹੁੰਦੀਆਂ ਆ, ਠੀਕ ਹੈ। ਜਿਵੇਂ ਵਟ ਅ ਬਿਊਟੀਫੁਲ ਫਲਾਰ, ਇਹਨੂੰ ਕਹਾਂਗੇ ਹੈਰਾਨੀ ਦੇ ਨਾਲ ਕਿ ਕਿੰਨਾ ਸੋਹਣਾ ਫਲਾਰ ਹੈ। ਨੋ ਫੀਲਿੰਗਸ ਆਈਡੈਂਟੀਫਾਈਡ, ਐਕਸਕਲੇਮਡ ਸਿੰਪਲੀ, ਜਦੋਂ ਫੀਲਿੰਗਸ ਕੋਈ ਨਾ ਪਤਾ ਚੱਲੇ ਤਾਂ ਸਿੰਪਲੀ ਐਕਸਕਲੇਮਡ ਲਿਖ ਦੇਣਾ। ਨਾਓ ਰਿਪਲੇਸਮੈਂਟ ਆਫ ਇਨਵਰਟਿਡ ਕਾਮਸ ਵਿਦ ਦੈਟ, ਉਹਦੇ ਵਿੱਚ ਇਨਵਰਟਿਡ ਕਾਮਸ ਹੋਣਗੇ ਅਤੇ ਉਹਨੂੰ ਉਹਦੀ ਜਗ੍ਹਾ 'ਤੇ ਆਪਾਂ ਦੈਟ ਲਗਾ ਦੇਣਾ, ਉਹਨੂੰ ਹਟਾ ਕੇ। ਨੈਕਸਟ ਇਜ਼ ਦ ਚੇਂਜ ਆਫ ਪ੍ਰੋਨਾਊਨ। ਚੇਂਜ ਆਫ ਪ੍ਰੋਨਾਊਨ ਦੇ ਵਿੱਚ ਫਸਟ ਪਰਸਨ ਆ, ਪਹਿਲਾਂ ਵਾਂਗੂ ਹੀ ਸਬਜੈਕਟ ਦੇ ਅਕੋਰਡਿੰਗ ਚੇਂਜ ਹੋਏਗਾ। ਸੈਕਿੰਡ ਪਰਸਨ ਜਿਹੜਾ ਆ ਓਬਜੈਕਟ ਦੇ ਅਕੋਰਡਿੰਗ, ਐਂਡ ਥਰਡ ਪਰਸਨ ਜਿਹੜਾ ਆ ਉਹ ਅਨਚੇਂਜਡ ਰਹਿੰਦਾ ਹੈ। ਐਕਰੋਨੋਮ ਉਹੀ ਹੈ SON, ਸਨ, ਠੀਕ ਹੈ। ਦ ਨੈਕਸਟ ਸਟੈਪ ਇਜ਼ ਚੇਂਜ ਆਫ ਟੈਂਸ। ਟੈਂਸ ਚੇਂਜ ਹੁੰਦਾ ਆ ਉਹਦੇ ਵਿੱਚ, ਜਿਵੇਂ ਪਹਿਲਾਂ ਆਪਾਂ ਪੜ੍ਹਿਆ ਸੀਗਾ ਕਿ ਜਿਹੜਾ ਜੋ ਵੀ ਫਲੋ ਚਾਰਟ ਹੈ ਉਹਦੇ ਅਕੋਰਡਿੰਗ ਹੀ। ਨੈਕਸਟ ਇਜ਼ ਦਾ ਟਾਈਮ ਡੋਨੇਟਿੰਗ ਵਰਡਸ ਜਿਹੜੇ ਆ ਉਹੀ ਜਿਹੜੇ ਆਪਾਂ ਪਹਿਲਾਂ ਡਿਸਕਸ ਕੀਤੇ ਉਹੀ ਹੁੰਦੇ ਆ ਮੇਨ, ਠੀਕ ਹੈ। ਨੈਕਸਟ ਇਜ਼ ਦਾ ਐਕਸਕਲਾਮੇਟਰੀ ਟੂ ਅਸਰਟਿਵ। ਜਦੋਂ ਐਕਸਕਲਾਮੇਟਰੀ ਸੈਂਟੈਂਸਿਸ ਨੂੰ ਟਰਾਂਸਫਾਰਮ ਕਰਨਾ ਪਹਿਲਾਂ ਉਹਨਾਂ ਨੂੰ ਸਟੇਟਮੈਂਟ ਵਿੱਚ ਕਰ ਲੈਣਾ। 3 ਇੰਪੋਰਟੈਂਟ ਰੂਲਸ ਆਰ ਹਾਊ / what plus a and plus adjective। ਇਹ ਜਿਹੜੇ ਇਹਨਾਂ ਨੇ ਚੇਂਜ ਹੋਣਾ ਆ, ਇਹ ਜਾਂ ਐਨ ਲੱਗਾ ਆ, ਠੀਕ ਹੈ। ਉਸ ਤੋਂ ਬਾਅਦ 'ਚ ਵੈਰੀ ਲੱਗ ਜਾਣਾ ਅਤੇ ਜਿਹੜਾ ਐਡਜੈਕਟਿਵ ਹੋਏਗਾ, ਠੀਕ ਹੈ। ਜਿਵੇਂ ਲਿਖਿਆ ਵਟ ਅ ਬਿਊਟੀਫੁਲ ਗਾਰਡਨ, ਇਹਨੇ ਸਿੰਪਲੀ ਬਣ ਜਾਣਾ ਅ ਵੈਰੀ ਲਵਲੀ ਗਾਰਡਨ, ਯਾਨੀ ਆਪਾਂ ਐਕਸਕਲਾਮੇਟਰੀ ਤੋਂ ਸਟੇਟਮੈਂਟ ਬਣਾ ਰਹੇ ਹਾਂ। ਹਾਊ, ਵਟ,
ए एन अगर नाउन लगा आ उन्हें चेंज हो जाना अ एन ग्रेट गुड या नाउन दे विच वट अ प्लेस अ ग्रेट प्लेस सिंपली हैरानी वाले सेंटेंस तो आप एक सिंपल सेंटेंस बना देना नो सबजैक्ट एंड वर्ब जिहदे विच सबजैक्ट ते वर्ब नहीं होएगी जिवें वट एन अपॉर्चुनिटी तो इत्थे सिंपली आप लिख देना इट वॉज लगा के अ ग्रेट अपॉर्चुनिटी इट वॉज अ ग्रेट अपॉर्चुनिटी तो जिहड़ा एक्सक्लेमेशन का साइन आ उन्हें जो स्टेटमेंट बनानी ऑबवियस आ कि फुल स्टॉप ही लगेगा फिर सो द फर्स्ट स्टेप इज़ आइडेंटिफिकेशन next change of reported verb next is replacement of inverted commas with that change of pronoun with the acronym son change of tense if the reported verb is in past tense so this is the flow chart next is the updating of time specific words ਜਿਹੜੇ ਤੁਹਾਨੂੰ ਸਕਰੀਨ 'ਤੇ ਨਜ਼ਰ ਆ ਰਹੇ ਆ ਇਹਨਾਂ ਨੂੰ ਚੇਂਜ ਕਰਨਾ ਹੁੰਦਾ ਹੈ ਨਰੇਸ਼ਨ 'ਚ ਇਨਡਾਇਰੈਕਟ ਬਣਾਉਣ ਲਈ ਦ ਲਾਸਟ ਵਨ ਇਜ਼ ਕਨਵਰਸ਼ਨ ਆਫ ਐਕਸਕਲਾਮੇਟਰੀ ਟੂ ਐਸਰਟਿਵ ਮੀਨਸ ਐਕਸਕਲਾਮੇਟਰੀ ਜਿਹੜਾ ਸੈਂਟੈਂਸ ਆ ਉਹਨੂੰ ਇੱਕ ਸਿੰਪਲ ਸਟੇਟਮੈਂਟ ਦੇ ਵਿੱਚ ਕਨਵਰਟ ਕਰਨਾ ਜਿਹਦੇ ਵਿੱਚ ਐਕਸਕਲਾਮੇਸ਼ਨ ਨੂੰ ਹਟਾ ਕੇ ਫੁੱਲ ਸਟਾਪ ਲੱਗ ਜਾਂਦਾ ਆ ਠੀਕ ਹੈ ਅਤੇ ਇਹ ਵਾਲੀ ਟਰਾਂਸਫੋਰਮੇਸ਼ਨ ਆ ਵੈਰੀ ਗੁੱਡ ਬਿਊਟੀਫੁਲ ਗਾਰਡਨ ਗੁੱਡ ਡਰੈਸ ਇਵੇਂ ਕਰਕੇ ਕੁਝ ਇੰਪੋਰਟੈਂਟ ਟਿਪਸ ਨੇ ਡਾਇਰੈਕਟ ਸਪੀਚ ਦਾ ਜਿਹੜਾ ਪੈਟਰਨ ਹੁੰਦਾ ਦੈਟ ਇਜ਼ ਸਬਜੈਕਟ ਰਿਪੋਰਟਡ ਵਰਬ ਐਂਡ ਰਿਪੋਰਟਡ ਸਪੀਚ ਇਨਡਾਇਰੈਕਟ ਦੇ ਵਿੱਚ ਸਬਜੈਕਟ ਹੁੰਦਾ ਆ ਰਿਪੋਰਟਡ ਵਰਬ ਨੇ ਐਕਸਕਲੇਮਡ ਵਿਦ ਅਤੇ ਨਾਲ ਉਹ ਜੋ ਫੀਲ ਉੱਥੇ ਹੋ ਰਿਹਾ ਸਾਨੂੰ ਉਹ ਲਗਾ ਦੇਣਾ ਫਿਰ ਦੈਟ ਫਿਰ ਰਿਪੋਰਟਡ ਸਪੀਚ ਠੀਕ ਹੈ ਦੈਨ ਡਾਇਰੈਕਟ ਸਪੀਚ ਦੇ ਵਿੱਚ ਸਬਜੈਕਟ ਰਿਪੋਰਟਡ ਵਰਬ ਔਬਜੈਕਟ ਅਤੇ ਰਿਪੋਰਟਡ ਸਪੀਚ ਉਹਦੇ ਵਿੱਚ ਕਿੱਦਾਂ ਕਰਨਾ ਹੁੰਦਾ ਆ ਉਹਦੇ ਵਿੱਚ ਆਪਾਂ ਸਬਜੈਕਟ ਐਕਸਕਲੇਮਡ ਵਿਦ ਲਿਖ ਕੇ ਔਬਜੈਕਟ ਫਿਰ ਦੈਟ ਫਿਰ ਰਿਪੋਰਟਡ ਸਪੀਚ ਅਤੇ ਰਿਪੋਰਟ ਸੈਂਸ ਜਾਂ ਫੀਲਿੰਗ ਜੋ ਵੀ ਹੋਏਗੀ ਉਹ ਐਕਸਕਲੇਮਡ ਵਿਦ ਕਰਕੇ ਆਪਾਂ ਲਿਖ ਦੇਣੀ ਹੁੰਦੀ ਆ ਅਗਰ ਦੁੱਖ ਆ ਤਾਂ ਐਕਸਕਲੇਮਡ ਵਿਦ ਸੋਰੋ ਖੁਸ਼ੀ ਆ ਤਾਂ ਐਕਸਕਲੇਮਡ ਵਿਦ ਜੋਏ ਹੈਰਾਨੀ ਆ ਤਾਂ ਐਕਸਕਲੇਮਡ ਵਿਦ ਸਰਪ੍ਰਾਈਜ਼ ਅਫਸੋਸ ਅਤੇ ਐਕਸਕਲੇਮਡ ਵਿਦ ਰਿਗਰੈਟ Let's see some examples to understand it better. He said, hooray, I won the race. ਹੁਣ ਇੱਥੇ ਖੁਸ਼ੀ ਆ ਆਈਡੈਂਟੀਫਾਈ ਕਰਨਾ ਸਬਜੈਕਟ ਨੂੰ ਰਿਪੋਰਟਡ ਵਰਬ ਨੂੰ ਹੁਣ ਫਸਟ ਪਰਸਨ ਅਤੇ ਟੈਂਸ ਇਹ ਹੈਗਾ ਸਿੰਪਲ ਪਾਸਟ ਠੀਕ ਹੈ ਅਤੇ ਐਕਸਕਲਾਮੇਟਰੀ ਸਾਈਨ ਜਿਹੜਾ ਉਹ ਹੈਗਾ ਵਰਡ ਹੈਗਾ ਦੈਟ ਇਜ਼ ਹੁਰੇ ਚੇਂਜ ਆਫ ਰਿਪੋਰਟਡ ਵਰਬ ਕਿੱਦਾਂ ਹੁਣ ਇੱਥੇ ਖੁਸ਼ੀ ਆ ਯਾਨੀ ਆਪਾਂ ਕੀ ਲਿਖਾਂਗੇ ਐਕਸਕਲੇਮਡ ਵਿਦ ਜੋਏ ਠੀਕ ਹੈ ਅਤੇ ਹੁਰੇ ਜਿਹੜਾ ਵਾ ਉਹਦੀ ਜੇ ਫਿਰ ਆਪਾਂ ਉਹਨੂੰ ਕਰ ਦੇਣਾ ਰਿਮੂਵ ਰਿਪਲੇਸਮੈਂਟ ਆਫ ਦੈਟ ਹੀ ਐਕਸਕਲੇਮਡ ਵਿਦ ਜੋਏ ਦੈਟ ਚੇਂਜ ਆਫ ਪ੍ਰੋਨਾਊਨ ਫਸਟ ਪਰਸਨ ਨੇ ਹੀ ਦੇ ਅਕੋਰਡਿੰਗ ਚੇਂਜ ਹੋਣਾ ਅਤੇ ਆਈ ਦਾ ਬਣ ਗਿਆ ਹੀ ਠੀਕ ਹੈ ਨੈਕਸਟ ਚੇਂਜ ਆਫ ਟੈਂਸ ਵਨ ਸਿੰਪਲ ਪਾਸਟ ਨੇ ਪਰਫੈਕਟ ਵਿੱਚ ਬਣ ਜਾਣਾ ਹੈਡ ਵਨ ਵਨ ਦਾ ਕੀ ਬਣ ਜਾਏਗਾ ਐਕਸਕਲੇਮਡ ਵਿਦ ਜੋਏ ਦੈਟ ਹੀ ਹੈਡ ਵਨ ਦ ਰੇਸ ਹੁਣ ਐਕਸਕਲੇਮੇਟਰੀ ਸਾਈਨ ਹਟਾਉਣਾ ਆਪਾਂ ਟਾਈਮ ਡਿਨੋਟਿੰਗ ਵਰਡ ਇਹਦੇ ਵਿੱਚ ਕੋਈ ਵੀ ਨਹੀਂ ਹੈਗਾ ਠੀਕ ਹੈ ਹੁਣ ਕਨਵਰਟ ਕਰਨਾ ਐਕਸਕਲੇਮੇਟਰੀ ਸੈਂਟੈਂਸ ਨੂੰ ਅਸਰਟਿਵ ਯਾਨੀ ਸਟੇਟਮੈਂਟ ਸਿੰਪਲ ਸੈਂਟੈਂਸ ਵਿੱਚ ਅਤੇ ਉਹ ਕਿੱਦਾਂ ਹੋਏਗਾ ਜਿਵੇਂ ਉੱਥੇ ਲਿਖਿਆ ਆ ਅਗਰ ਆਪਾਂ ਦੇਖੀਏ ਤਾਂ ਇਹ ਜਿਹੜਾ ਸੈਂਟੈਂਸ ਆ ਇਹ ਆਲਰੇਡੀ ਹੀ ਇੱਕ ਸਟੇਟਮੈਂਟ ਆ I had won the race ਅਤੇ ਫਿਰ ਕੀ ਕਰਨਾ ਆਪਾਂ ਪਿੱਛੋਂ ਜਿਹੜਾ ਐਕਸਕਲੇਮੇਸ਼ਨ ਦਾ ਸਾਈਨ ਉਹ ਹਟਾ ਦੇਣਾ ਹੀ ਐਕਸਕਲੇਮਡ ਵਿਦ ਜੋਏ ਦੈਟ ਹੀ ਹੈਡ ਵਨ ਦਾ ਰੇਸ ਅਤੇ ਫੁੱਲ ਸਟੋਪ ਸਬਜੈਕਟ ਐਕਸਕਲੇਮਡ ਵਿਦ ਜੋਏ ਦੈਨ ਦੈਟ ਦੈਨ ਰਿਪੋਰਟਡ ਸਪੀਚ ਜਿਹੜੀ ਕਿ ਸਪੀਕਰ ਨੇ ਵਰਡਸ ਬੋਲੇ ਸੀ ਠੀਕ ਹੈ ਇਟਸ ਵੈਰੀ ਈਜ਼ੀ ਐਂਡ ਯੂ ਕੈਨ ਅੰਡਰਸਟੈਂਡ ਇਟ by learning their rules. Okay, move on to the next example. The teacher said to the students, bravo, you secured first grade in this examination.
ਹੁਣ ਇਹਦੇ ਵਿੱਚ ਸਬਜੈਕਟ ਆ, ਰਿਪੋਰਟਡ ਵਰਬ, ऑब्जेक्ट ਆ, ਦੈਨ ਰਿਪੋਰਟਡ ਸਪੀਚ ਆ। ਬਲੂ ਕਲਰ ਦਾ ਸਾਰਾ ਰਿਪੋਰਟਡ ਸਪੀਚ ਹੈ। ਇਹਦਾ ਹੁਣ ਪੈਟਰਨ ਬਣੇਗਾ ਸਬਜੈਕਟ ਪਲੱਸ ਐਕਸਕਲੇਮਡ ਪਲੱਸ ऑब्जेक्ट दैट एंड रिपोर्टेड स्पीच। तो सेंटेंस बनेगा द टीचर एक्सक्लेम्ड या अपलॉडेड, अगर प्रशंसा कर रहे थे अपलॉड। द टीचर अपलॉडेड द स्टूडेंट, सेइंग दैट भी आ सकता है, ठीक है। बट अगर आप उत्थे एक्सक्लेम्ड नहीं लगाया तो फिर आप इत्थे सेइंग लिखांगे। एक्सक्लेम्ड होंदा तो एक्सक्लेम्ड विद आ सकता सी, बट अपलॉड पहला लगा दिता तो अगे आप लिख सकते हैं सेइंग खुद तो। टीचर ने प्रशंसा की ये कह के कि ही हैड सिक्योर्ड फर्स्ट ग्रेड इन दैट एग्जामिनेशन। सिक्योर्ड पास्ट टेंस सीगा ते इन्हें बन जाना तुहाडा पास्ट परफेक्ट, यानी हैड सिक्योर्ड फर्स्ट ग्रेड, दिस दा बन गया दैट एग्जामिनेशन। सो इन दिस वे वी कन्वर्ट डायरेक्ट इनटू इनडायरेक्ट स्पीच in exclamatory sentence. Let's move on to the next example. She said, alas, he died due to corona yesterday. In this reported speech we can see that it is a sorrow. So the pattern will become subject plus exclaimed with sorrow plus that next reported speech. Blue कलर की जी है सेंटेंस। शी एक्सक्लेम्ड विद सॉरो दैट, डाइड का बन जाएगा हैड डाइड ड्यू टू कोरोना, यस्टरडे का बन जाएगा द प्रीवियस डे। तन्वी सैड व्हाट अ लवली गार्डन इट इज़। नाउ द नैक्सट ਆਪਾਂ की करना है आइडेंटिफाई करना है। ये आइडेंटिफिकेशन होनी है सबजैक्ट की। ऑब्जैक्ट जोड़ा आ नहीं हैगा, रिपोर्टेड वर्ब हैगी सैड एंड परसन हैगा इट, थर्ड परसन इट, तो सेंटेंस हैगा सिंपल प्रेजेंट। रिपोर्टेड वर्ब नूं पहलां आपां चेंज करांगे, आपां हैरानी प्रगट कर रहे हैं कि कितना सोहना आ, सो एक्सक्लेम्ड विद वंडर आएगा। दैन रिप्लेसमेंट ऑफ इनवर्टेड कॉमा विद द वर्ड दैट, यानी कंजक्शन जिहड़ा लगना दैट इज़ दैट। तन्वी एक्सक्लेम्ड विद वंडर दैट। नाउ चेंज ऑफ प्रोनाउन, इट जिहड़ा आ वो हैगा थर्ड परसन, इन्हें अनचेंजड रहना, इट दा इट ही रहना आ। चेंज ऑफ टेंस, सिंपल प्रेजेंट सिंपल पास्ट विच चला जाता है, की बन जाएगा वट अ लवली गार्डन इट वॉज। हुण चेंज सॉरी टाइम डिनोटिंग वर्ड की अगर आप गल करिए तो वो ये नहीं हैगा, ठीक है। हुण कन्वर्ट करना एक्सक्लेमेटरी टू असर्टिव दे विच की बन जाएगा वट अ लवली गार्डन इट वॉज दा बन जाएगा इट इज़ अ वेरी लवली गार्डन, अ वेरी लवली गार्डन, ठीक है। एंड जिहड़ा पूरा सेंटेंस बनेगा वो सेंटेंस किवें बनेगा फिर, तन्वी एक्सक्लेम्ड विद वंडर दैट इट वॉज अ लवली गार्डन। पहला टेंस चेंज किया, इट इज़ द इट वॉज, दैन ओदी स्टेटमेंट बनाई तो स्टेटमेंट नूं जिहड़ा कोट कर दिता आपां पूरे इनडायरैक्ट सेंटेंस विच। नैक्सट सेंटेंस हैगा ही सैड व्हाट एन अपॉर्चुनिटी। आइडेंटिफाई फर्स्ट सब्जेक्ट दैट इज़ ही। सैड what an opportunity it is. Subject is a he, reported verb is a said, and the tense is simple present and it is third person, okay। change of reported verb said, what an opportunity, ठीक है। ਇਹਦੇ ਵਿੱਚ ਆਪਾਂ excited ਆ, excitement दिखा रहे हैं, यानी exclaimed with excitement। then replace करने inverted commas that ਦੇ ਨਾਲ, he exclaimed with excitement that, then change आप करना pronoun, it unchanged रहेगा क्योंकि थर्ड परसन है, इट दा इट ही रहना है। then change of tense, प्रेजेंट इंडेफिनेट आ, इन्हें बनना सिंपल पास्ट, सिंपल प्रेजेंट तो सिंपल पास्ट, यानी
सेकेंड फॉर्म आ जाएगी, अगर इज़ तो वॉज आ जाएगा। ही एक्सक्लेम्ड विद जॉय दैट वट एन अपॉर्चुनिटी, इट इज़ नहीं इट वॉज, ठीक है। नैक्सट टाइम डिनोटिंग वर्ड कोई नहीं है, दैन आप इन्हू स्टेटमेंट कन्वर्ट कर लाँगे, तो वट एन अपॉर्चुनिटी इट वॉज का बन जाएगा इट वॉज अ ग्रेट अपॉर्चुनिटी या इट वॉज एन अपॉर्चुनिटी, a great opportunity, right? Now the sentence will become he exclaimed with excitement that it was a great opportunity. Sentence भी change हो गया and statement तो question भी. So this is all about the transformation of exclamatory sentences in narration. Thank you.